ਉਦਯੋਗਿਕ ਸ਼ਹਿਰ ਲੁਧਿਆਣਾ ਦੇ ਵਿਕਾਸ ਦਾ ਧੁਰਾ ਹਲਵਾਰਾ 에ਅਰਪੋਰਟ, ਜਿਸ ਨੂੰ ਲੈ ਕੇ ਲਗਾਤਾਰ ਕਹਿ ਸਕਦੇ ਆ ਜੋ ਉਦਯੋਗਪਤੀ ਨੇ, ਚਾਹੇ ਕਹਿ ਸਕਦੇ ਲੁਧਿਆਣਾ ਦੇ ਵਾਸੀ ਨੇ, ਉਹਨਾਂ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਕਿ ਕਦੋਂ ਤੱਕ ਇਹ 에ਅਰਪੋਰਟ ਬਣ ਕੇ ਤਿਆਰ ਹੋ ਜਾਵੇਗਾ, ਜਿਸ ਦੇ ਨਾਲ ਕਹਿ ਸਕਦੇ ਲੁਧਿਆਣਾ ਦੇ ਵਿੱਚ ਵਿਕਾਸ ਵਧੇਗਾ। ਤਾਂ ਉਸ ਦੇ ਲਈ ਅਸੀਂ ਅੱਜ ਲੁਧਿਆਣਾ ਦੇ ਹਲਵਾਰਾ 에ਅਰਪੋਰਟ ਵਿਖੇ ਪਹੁੰਚੇ ਹਾਂ, ਜਿੱਥੇ ਤੁਹਾਨੂੰ ਹਰ ਇੱਕ ਉਸ ਪਹਿਲੂ ਬਾਰੇ ਜਾਣਕਾਰੀ ਦੇਵਾਂਗੇ ਕਿ ਕਦੋਂ ਤੱਕ ਇਹ 에ਅਰਪੋਰਟ ਬਣ ਕੇ ਤਿਆਰ ਹੋ ਜਾਵੇਗਾ ਅਤੇ ਲੁਧਿਆਣਾ ਦੇ ਲੋਕਾਂ ਵਾਸਤੇ ਇਸ 에ਅਰਪੋਰਟ ਤੋਂ ਉਡਾਨਾਂ ਸ਼ੁਰੂ ਹੋ ਜਾਣਗੀਆਂ। ਉਸ ਦੇ ਲਈ ਵੇਖੋ ਸਾਡੀ ਇਹ ਖਾਸ ਗਰਾਊਂਡ ਰਿਪੋਰਟ। ਪੰਜਾਬ ਅਤੇ ਕੇਂਦਰ ਸਰਕਾਰ ਲੁਧਿਆਣਾ ਵਾਸੀਆਂ ਨੂੰ ਕੌਮਾਂਤਰੀ ਹਵਾਈ ਅੱਡੇ ਦੀ ਸੌਗਾਤ ਦੇਣ ਜਾ ਰਹੀ ਹੈ। ਹਾਲਾਂਕਿ ਫੰਡ ਦੀ ਘਾਟ ਹੋਣ ਕਾਰਨ ਕੁਝ ਸਮਾਂ ਕੰਮ ਰੁਕਿਆ ਰਿਹਾ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਰੁਕੇ ਹੋਏ ਫੰਡ ਜਾਰੀ ਹੋਏ ਅਤੇ ਹੁਣ ਮੁੜ ਤੋਂ ਕੰਮ ਤੇਜ਼ੀ ਦੇ ਨਾਲ ਸ਼ੁਰੂ ਕਰ ਦਿੱਤਾ ਗਿਆ। ਦੱਸ ਦਈਏ ਕਿ ਹਵਾਈ ਅੱਡਾ ਲੁਧਿਆਣਾ ਦੇ ਹਲਵਾੜਾ ਵਿਖੇ ਤਿਆਰ ਹੋ ਰਿਹਾ ਹੈ। ਜ਼ੀ ਪੰਜਾਬ ਹਰਿਆਣਾ ਹਿਮਾਚਲ ਦੀ ਟੀਮ ਨੇ ਗਰਾਊਂਡ ਜ਼ੀਰੋ ਤੇ ਪਹੁੰਚ ਜਾਇਜ਼ਾ ਲਿਆ ਅਤੇ ਜਾਣਿਆ ਕਿ ਕਦੋਂ ਤੱਕ ਪੂਰਾ ਹੋਵੇਗਾ ਹਵਾਈ ਅੱਡੇ ਦਾ ਕੰਮ। ਹਲਵਾਰਾ 에ਅਰਪੋਰਟ ਨੂੰ ਲੈ ਕੇ ਕੰਮ ਜੰਗੀ ਪੱਧਰ ਤੇ ਜਾਰੀ ਹੈ ਤਾਂ ਕਿ ਇਸ 에ਅਰਪੋਰਟ ਨੂੰ ਪੰਜਾਬ ਦੇ ਲੋਕਾਂ ਦੇ ਲਈ, ਖਾਸ ਤੌਰ ਤੇ ਲੁਧਿਆਣਾ ਦੇ ਲੋਕਾਂ ਦੇ ਲਈ ਜਲਦ ਤੋਂ ਜਲਦ ਖੋਲ੍ਹ ਦਿੱਤਾ ਜਾਵੇ। ਤਸਵੀਰਾਂ ਦਿਖਾਵਾਂਗੇ। ਸਭ ਤੋਂ ਪਹਿਲਾਂ ਇਹ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਮਟੀਰੀਅਲ ਹੈ, ਜਿਸ ਮਟੀਰੀਅਲ ਦੇ ਨਾਲ ਇਸ 에ਅਰਪੋਰਟ ਦੇ ਵਿੱਚ ਸੜਕਾਂ ਬਣਨੀਆਂ ਨੇ, ਉਹ ਮਟੀਰੀਅਲ ਪਹੁੰਚ ਚੁੱਕਿਆ ਅਤੇ ਸੜਕਾਂ ਜੋ ਕੱਟੀਆਂ ਜਾ ਰਹੀਆਂ ਨੇ, ਇਹਨਾਂ ਦੇ ਉੱਪਰ ਕਹਿ ਸਕਦੇ ਹਾਂ 9ਵੇਂ ਮਹੀਨੇ ਦੀ 12 ਤਰੀਕ ਤੱਕ ਇਹ ਸੜਕਾਂ ਜਿਹੜੀਆਂ ਬਣ ਕੇ ਤਿਆਰ ਹੋ ਜਾਣਗੀਆਂ। ਪਰ ਦੂਸਰੀ ਤਰਫ ਜਿਹੜਾ ਇਸ ਪੂਰਾ ਕਹਿ ਸਕਦੇ ਆ ਜੋ ਕੋਰੀਡੋਰ ਹੋਵੇਗਾ, ਕੋਰੀਡੋਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਸਵਾਰੀ ਇਸ ਜਗ੍ਹਾ ਤੇ, ਜਿਸ ਜਗ੍ਹਾ ਤੇ ਅਸੀਂ ਇਸ ਸਮੇਂ ਮੌਜੂਦ ਹਾਂ, ਇੱਥੇ ਸਵਾਰੀ ਆਵੇਗੀ ਅਤੇ ਇਸ ਕੋਰੀਡੋਰ ਦੇ ਵਿੱਚ ਸਵਾਰੀ ਬਿਲਕੁਲ ਐਂਟਰ ਹੋਵੇਗੀ। 7ਵੇਂ ਮਹੀਨੇ ਤੱਕ ਇਹ ਪੂਰਾ ਜੋ ਕੋਰੀਡੋਰ ਹੈ ਇਹ ਬਣ ਕੇ ਤਿਆਰ ਹੋ ਜਾਵੇਗਾ ਅਤੇ ਇਸ ਰਾਸਤੇ ਸਵਾਰੀ ਹੈ ਉਹ ਇਸ ਕੋਰੀਡੋਰ ਦੇ ਵਿੱਚ ਐਂਟਰ ਹੋਣ ਤੋਂ ਬਾਅਦ ਅੱਗੇ ਨੂੰ ਜਿਹੜਾ ਫਲਾਈਟ ਵੱਲ ਨੂੰ ਵਧੇਗੀ। ਅਤੇ ਇਹ ਤਸਵੀਰ ਤੁਹਾਨੂੰ ਇੱਕ ਤਸਵੀਰ ਦਿਖਾਵਾਂਗੇ, ਜਿਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਹਲਵਾਰਾ 에ਅਰਪੋਰਟ ਹੈ, ਜੋ ਇਹ ਤੁਹਾਨੂੰ ਪੂਰਾ ਸਟਰਕਚਰ ਦਿਖਾਇਆ ਹੈ, ਇਹ 2 ਮਹੀਨਿਆਂ ਤੋਂ ਬਾਅਦ ਯਾਨੀ ਕਿ ਜੁਲਾਈ ਮਹੀਨੇ ਦੇ ਵਿੱਚ ਬਣ ਕੇ ਇਸ ਤਰ੍ਹਾਂ ਦਾ ਹੋਵੇਗਾ, ਜੋ ਇੱਕ ਕਹਿ ਸਕਦੇ ਆਲੀਸ਼ਾਨ ਹੋਵੇਗਾ ਅਤੇ ਬਹੁਤ ਹੀ ਖੂਬਸੂਰਤ ਹੋਵੇਗਾ ਅਤੇ ਲੁਧਿਆਣਾ ਦੇ ਲੋਕਾਂ ਦੇ ਵਾਸਤੇ ਬਹੁਤ ਵੱਡੀ ਦੇਣ ਜਿਹੜੀ ਕਹਿ ਸਕਦੇ ਇਸ 에ਅਰਪੋਰਟ ਤੋਂ ਬਾਅਦ ਮਿਲ ਜਾਵੇਗੀ, ਕਿਉਂਕਿ ਉਦਯੋਗਪਤੀ ਇੱਥੇ ਵੱਧ ਤੋਂ ਵੱਧ ਹੋਣਗੇ, ਉਦਯੋਗ ਇੱਥੇ ਵੱਧ ਤੋਂ ਵੱਧ ਹੋਣਗੇ। ਅਤੇ ਤੁਸੀਂ ਇਹ ਸਟਰਕਚਰ ਦੇਖ ਸਕਦੇ ਹੋ ਕਿ ਇਹ ਜੋ ਸਟਰਕਚਰ ਹੈ ਇਹ ਬੈਕ ਸਾਈਡ ਹੈ ਅਤੇ ਇਹ ਜੋ ਕਹਿ ਸਕਦੇ ਫਰੰਟ ਸਾਈਡ ਹੈ ਅਤੇ ਇਹ ਸਾਈਡਾਂ ਵਾਲੀਆਂ ਜਿਹੜੀਆਂ 2 ਸਾਈਡਾਂ ਨੇ, ਇਹ ਤੁਸੀਂ ਦੇਖ ਸਕਦੇ ਹੋ ਜੋ 3D ਪਿਕਚਰ ਹੈ, ਇਹ ਇਸ ਤਰ੍ਹਾਂ ਦਾ ਜਿਹੜਾ 에ਅਰਪੋਰਟ ਦਿਖਾਈ ਦੇਵੇਗਾ। ਅਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਤੋਂ ਬਾਅਦ ਅੱਗੇ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਸਵਾਰੀ ਇੱਥੇ ਐਂਟਰ ਹੋਣ ਤੋਂ ਬਾਅਦ ਆਪਣੀ ਜੋ ਕਾਗਜ਼ੀ ਕਾਰਵਾਈ ਹੈ ਉਹ ਇੱਥੇ ਆਰੰਭ ਹੋਵੇਗੀ ਅਤੇ ਕਾਗਜ਼ੀ ਕਾਰਵਾਈ ਆਰੰਭ ਹੋਣ ਤੋਂ ਬਿਲਕੁਲ ਸਾਹਮਣੇ ਵਾਲੇ ਪਾਸੇ ਜੋ ਕਹਿ ਸਕਦੇ ਆ ਇੱਕ ਬੱਸ ਲੱਗੇਗੀ, ਜਿਸ ਬੱਸ ਦੇ ਵਿੱਚ ਸਵਾਰੀਆਂ ਬੈਠਣਗੀਆਂ ਅਤੇ ਉਹ ਸਵਾਰੀਆਂ ਆਪਣੇ ਜੋ ਡਾਕੂਮੈਂਟ ਨੇ ਜਾਂ ਸਮਾਨ ਨੇ, ਉਹਨਾਂ ਸਮਾਨ ਦੇ ਨਾਲ ਕਹਿ ਸਕਦੇ ਆ ਅੱਗੇ ਜੋ 에ਅਰ ਫੋਰਸ ਦਾ ਰਨਵੇ ਆ, ਉਸ ਰਨਵੇ ਤੇ ਜਿੱਥੇ ਕਹਿ ਸਕਦੇ ਜਹਾਜ਼ ਹੋਵੇਗਾ, ਉਸ ਜਹਾਜ਼ ਦੇ ਵਿੱਚ ਬੈਠ ਕੇ ਟਰੈਵਲ ਕਰਨਗੀਆਂ। ਅਤੇ ਇਸੇ ਦੇ ਤਰ੍ਹਾਂ ਹੀ ਜੇਕਰ ਦੇਖਿਆ ਜਾਵੇ ਸਵਾਰੀਆਂ ਜਿਸ ਸਮੇਂ ਵਾਪਸ ਹੋਣਗੀਆਂ ਜਹਾਜ਼ ਦੇ ਵਿੱਚੋਂ ਸਵਾਰੀਆਂ ਉਤਰਨਗੀਆਂ ਅਤੇ ਇਸੇ ਜਗ੍ਹਾ ਤੇ ਬਿਲਕੁਲ ਜੋ ਨਾਲ ਵਾਲਾ ਪੋਰਸ਼ਨ ਹੈ ਉਸ ਪੋਰਸ਼ਨ ਦੇ ਵਿੱਚ ਆ ਕੇ ਬੱਸ ਲੱਗੇਗੀ ਅਤੇ ਸਵਾਰੀਆਂ ਉਤਰ ਕੇ ਵਾਪਸ ਜਾਣਗੀਆਂ। ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਤਸਵੀਰਾਂ ਦੇਖ ਰਹੇ ਹੋ ਇਹ ਕੰਮ ਹੈ ਬਹੁਤ ਜੰਗੀ ਪੱਧਰ ਤੇ ਚੱਲ ਰਿਹਾ ਅਤੇ ਇਸ 에ਅਰਪੋਰਟ ਤੋਂ ਬਣਨ ਤੋਂ ਬਾਅਦ ਜੋ ਲੁਧਿਆਣਾ ਦੇ ਵਿੱਚ ਕਹਿ ਸਕਦੇ ਉਦਯੋਗ ਹੈ, ਉਸ ਉਦਯੋਗ ਨੂੰ ਇੱਕ ਤੇਜ਼ ਰਫ਼ਤਾਰ ਮਿਲੇਗੀ ਅਤੇ ਉਸੇ ਤਰੀਕੇ ਦੇ ਨਾਲ ਇਸ ਪੂਰੇ ਸਟਰਕਚਰ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ 45% ਜੋ ਕੰਮ ਹੈ ਕੰਪਲੀਟ ਹੋ ਚੁੱਕਿਆ ਅਤੇ ਜੁਲਾਈ ਮਹੀਨੇ ਤੱਕ ਇਸ ਸਟਰਕਚਰ ਨੂੰ ਕੰਪਲੀਟ ਕਰ ਲਿਆ ਜਾਵੇਗਾ ਤੇ 9ਵੇਂ ਮਹੀਨੇ ਦੀ 12 ਤਰੀਕ ਤੱਕ ਦਾ ਜੋ ਕਹਿ ਸਕਦੇ ਟਾਰਗੇਟ ਮਿੱਥਿਆ ਗਿਆ ਕਿ ਇਸ ਪੂਰੇ 에ਅਰਪੋਰਟ ਦੇ ਵਿੱਚ ਜੋ ਕਹਿ ਸਕਦੇ ਸੜਕਾਂ ਦਾ ਨਿਰਮਾਣ ਹੈ ਉਹ ਸੜਕਾਂ ਦਾ ਨਿਰਮਾਣ ਵੀ ਹੋ ਜਾਵੇ, ਜਿਸ ਤੋਂ ਬਾਅਦ ਕਹਿ ਸਕਦੇ ਆ ਬਹੁਤ ਜਲਦ ਹੈ ਜੋ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਇਸ 에ਅਰਪੋਰਟ ਨੂੰ ਲੁਧਿਆਣਾ ਦੇ ਲੋਕਾਂ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ ਖੋਲ੍ਹਣ ਜਾ ਰਹੀ ਹੈ। ਇਸ ਦੌਰਾਨ ਸਾਡੀ ਟੀਮ ਨੇ PWD ਦੇ ਅਫਸਰਾਂ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਜਾਣਿਆ ਕਿ ਹੁਣ ਕਿਸ ਤੇਜ਼ੀ ਦੇ ਨਾਲ ਕੰਮ ਚੱਲ ਰਿਹਾ। ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਲੁਧਿਆਣਾ ਵਾਸੀਆਂ ਅਤੇ ਕਾਰੋਬਾਰੀਆਂ ਨੂੰ ਸ਼ਹਿਰ ਦੇ ਵਿੱਚ ਹਵਾਈ ਅੱਡਾ ਬਣਨ ਦਾ ਇੰਤਜ਼ਾਰ ਸੀ। PWD ਤੋਂ HS ਢਿੱਲੋਂ ਜੀ ਨੇ ਗੱਲਬਾਤ ਕਰਨ। ਸਰ ਟੈਕਨੀਕਲ ਗੱਲਾਂ ਸਰ ਆਪਾਂ ਜਾਣਾਂਗੇ, ਪਿਛਲੇ ਕਾਫੀ ਲੰਬੇ ਸਮੇਂ ਤੋਂ ਲੁਧਿਆਣਾ ਵਾਸੀਆਂ ਦੀ, ਲੁਧਿਆਣਾ ਕਿਉਂਕਿ ਸਨਅਤੀ ਸ਼ਹਿਰ ਲੁਧਿਆਣਾ, ਜਿੰਨਾ ਵੀ ਉਦਯੋਗਪਤੀ ਨੇ ਉਹਨਾਂ ਦੀ ਮੰਗ ਸੀ ਕਿ ਆਪਾਂ ਨੂੰ ਆਪਣਾ 에ਅਰਪੋਰਟ ਚਾਹੀਦਾ। ਸਰ ਹੁਣ ਦੀ ਗੱਲ ਕਰੀਏ ਹਲਵਾਰਾ 에ਅਰਪੋਰਟ ਦੀ, ਕਿੰਨਾ ਕੁ ਸਰ ਇੱਥੇ ਕੰਮ ਹੋ ਚੁੱਕਾ ਹੈ ਤੇ ਕਿਹਾ ਜਾ ਰਿਹਾ ਕਿ ਪਹਿਲੇ ਚਰਨ ਤੇ ਇੱਥੋਂ ਡੋਮੈਸਟਿਕ ਫਲਾਈਟਾਂ ਇੱਥੋਂ ਉੱਡਣਗੀਆਂ। ਸਰ ਹਲਵਾਰਾ 에ਅਰਪੋਰਟ ਦਾ ਕੰਮ ਟੋਟਲ 47 ਕਰੋੜ ਦਾ ਤਕਰੀਬਨ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ। ਇਹ 'ਚ 2 ਕੰਪੋਨੈਂਟ ਨੇ ਬੇਸਿਕਲੀ, ਇੱਕ ਟਰਮੀਨਲ ਬਿਲਡਿੰਗ ਹੈਗੀ, ਇੱਕ ਇੰਟਰਨਲ ਰੋਡਸ ਦਾ ਕੰਮ ਹੈਗਾ। ਟਰਮੀਨਲ ਬਿਲਡਿੰਗ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ, ਇਹ 31 ਜੁਲਾਈ ਤੱਕ ਆਲਮੋਸਟ ਸਾਰਾ ਹੀ ਕੰਮ ਕੰਪਲੀਟ ਹੋ ਜਾਏਗਾ। ਤੇ ਜਿਹੜਾ ਸੜਕਾਂ ਦਾ ਕੰਮ ਹੈਗਾ ਉਹ ਵੀ ਕੰਮ ਜਿਹੜਾ ਟਾਈਮ ਪੀਰੀਅਡ ਹੈਗਾ ਸੜਕਾਂ ਵਾਲਾ, ਜਿਹੜਾ ਇੰਟਰਨਲ ਰੋਡਸ ਨੇ 2.5 ਕਿਲੋਮੀਟਰ, ਉਹ 12 ਸਤੰਬਰ ਤੱਕ ਉਹਦਾ
ਅਲੋਟਡ ਟਾਈਮ ਹੈ ਏਜੰਸੀ ਜੰਗੀ ਪੱਧਰ ਤੇ ਲੱਗੀ ਹੋਈ ਹੈ। ਉਹ ਵੀ ਜੁਲਾਈ ਦੇ ਮਹੀਨੇ ਦੇ ਐਂਡ ਤੱਕ ਸੜਕਾਂ ਦਾ ਕੰਮ ਵੀ ਕੋਸ਼ਿਸ਼ ਹੈ ਖਤਮ ਹੋ ਜਾਵੇ। ਸਰ ਅਸੀਂ ਇਸ ਟਰਮੀਨਲ ਵਿੱਚ ਜਿਹੜਾ ਖੜੇ ਹੋਇਆ ਸਰ, ਟਰਮੀਨਲ ਵੀ ਬਣਦਾ ਪਿਆ, ਕਦ ਤੱਕ ਸਰ ਪੂਰਾ ਕੰਪਲੀਟ ਹੋ ਜਾਏਗਾ ਟਰਮੀਨਲ ਦਾ ਸਟਰਕਚਰ ਆਲਮੋਸਟ ਕੰਪਲੀਟ ਹੈ। ਜਿਹੜੀ ਇੰਟਰਨਲ ਫਿਨਿਸ਼ਿਸ ਹੈ ਉਹਦਾ ਕੰਮ ਜੰਗੀ ਪੱਧਰ ਚੱਲ ਰਿਹਾ ਹੈਗਾ। ਜਿਹੜਾ ਬੈਲੈਂਸ ਕੰਮ ਹੈ ਜਿਹੜਾ ਤੁਸੀਂ ਅੱਜ ਦੇਖ ਰਹੇ ਹੋ, 31 ਜੁਲਾਈ ਤੱਕ ਇਹ ਬਿਲਡਿੰਗ ਹਰ ਪੱਖੋਂ ਕੰਪਲੀਟ ਹੋ ਜਾਏਗੀ। ਚਾਹੇ ਉਹ ਬਿਲਡਿੰਗ ਦਾ ਅੰਦਰਲਾ ਕੰਮ ਹੈ, ਸਿਸਟਮ ਅੰਦਰ ਲੱਗਣੇ ਹੈ, VIP ਲੌਂਜਸ ਨੇ, ਟਾਇਲਟ ਬਲਾਕ ਹੈ, ਬੈਲਟਾਂ ਨੇ, ਇਹ ਸਾਰਾ ਹੀ ਕੰਮ 31 ਜੁਲਾਈ ਤੱਕ ਏਜੰਸੀ ਨੂੰ ਸਖਤ ਹਦਾਇਤਾਂ ਹੈ, ਦਿਨ ਰਾਤ ਕੰਮ ਚੱਲ ਰਿਹਾ। 31 ਜੁਲਾਈ ਤੱਕ ਕੰਪਲੀਟ ਹੋ ਜਾਏਗਾ। ਸਰ ਇਸ ਦਾ ਜਿਹੜਾ 에ਅਰਪੋਰਟ ਦਾ ਰਨਵੇ ਸਰ ਕਿਸ ਤੇ ਹੋਏਗਾ, ਸਵਾਰੀਆਂ ਕਿੱਥੇ ਆਣਗੀਆਂ, ਫਿਰ ਟਰਮੀਨਲ ਕਿਸ ਤਰ੍ਹਾਂ ਪਹੁੰਚਣਗੇ ਸਵਾਰੀ, ਉਸ ਬਾਰੇ ਸਰ ਥੋੜੀ ਜਾਣਕਾਰੀ। ਟਰਮੀਨਲ ਦੇ ਦੋ ਕੰਪੋਨੈਂਟ ਨੇ ਬੇਸਿਕਲੀ, ਇੱਕ ਅਰਾਈਵਲ ਇੱਕ ਡਿਪਾਰਚਰ। ਜਿਹੜਾ ਰਨਵੇ ਹੈਗਾ ਉਹ 에ਅਰ ਫੋਰਸ ਬੇਸ ਸਟੇਸ਼ਨ ਦਾ ਯੂਜ਼ ਹੋਏਗਾ, ਉਹ ਆਲਰੇਡੀ ਫੰਕਸ਼ਨਲ ਹੈਗਾ। ਜਿਹੜਾ ਬਿਲਡਿੰਗ ਦਾ ਕੰਮ ਹੈਗਾ ਉਹ ਵੀ 31 ਜੁਲਾਈ ਤੱਕ ਜਦੋਂ ਪੂਰਾ ਹੋ ਜਾਏਗਾ, ਨਾਲ ਹੀ ਐਪਰਨ ਦਾ ਕੰਮ ਵੀ ਕੰਪਲੀਟ ਹੋ ਜਾਏਗਾ, ਟੈਕਸੀਵੇ ਦਾ ਵੀ ਕੰਮ ਕੰਪਲੀਟ ਹੋ ਜਾਏਗਾ, ਸਬ ਸਟੇਸ਼ਨ ਦਾ ਕੰਮ ਵੀ ਜੰਗੀ ਪੱਧਰ ਤੇ ਚੱਲ ਰਿਹਾ ਹੈਗਾ। ਇੱਕ ਪਾਸੋਂ ਸਵਾਰੀਆਂ ਆਉਣਗੀਆਂ, ਦੂਜੇ ਪਾਸਿਓਂ ਜਾਣਗੀਆਂ। ਡਿਪਾਰਚਰ ਦੀ ਫਲਾਈਟ ਤੇ ਇੱਕ ਬੈਲਟ ਹੈਗੀ ਹੈ, ਜਿਹੜੀ ਅਰਾਈਵਲ ਵੱਲ 2 ਬੈਲਟਾਂ ਹੈਗੀਆਂ, ਮਤਲਬ 2 ਫਲਾਈਟਾਂ ਸਾਈਮਲਟੇਨੀਅਸਲੀ ਡੋਮੈਸਟਿਕ ਦੀਆਂ ਲੈਂਡ ਕਰ ਸਕਦੀਆਂ ਹੈਗੀਆਂ। ਇਹ ਤਾਂ ਸਾਫ਼ ਹੈ ਕਿ ਸ਼ਹਿਰ ਤਰੱਕੀ ਕਰੇਗਾ ਤਾਂ ਸ਼ਹਿਰ ਵਾਸੀ ਵੀ ਤਰੱਕੀ ਦੀ ਰਾਹ ਵੱਲ ਹੀ ਜਾਣਗੇ। ਹੁਣ ਜਦ ਹਲਵਾੜਾ ਵਿੱਚ 에ਅਰਪੋਰਟ ਬਣ ਕੇ ਤਿਆਰ ਹੋਵੇਗਾ ਤਾਂ ਸਾਫ਼ ਹੈ ਕਿ ਇਲਾਕੇ ਦੀ ਤਰੱਕੀ ਹੋਵੇਗੀ, ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੇ ਸੈਲਾਨੀ ਆਣਗੇ ਤੇ ਨਾਲ ਹੀ ਇਸ ਇਲਾਕੇ ਦੇ ਵਿੱਚ ਆਵਾਜਾਈ ਦਾ ਵੀ ਵਾਧਾ ਹੋਵੇਗਾ। ਜਿੱਥੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਲੁਧਿਆਣਾ ਦੇ ਸਨਅਤਕਾਰਾਂ ਨੂੰ ਉਡੀਕ ਸੀ ਹਲਵਾਰਾ 에ਅਰਪੋਰਟ ਦੀ, ਉੱਥੇ ਹੀ ਇਲਾਕਾ ਨਿਵਾਸੀ ਜੋ ਕਿ ਹਲਵਾਰਾ 에ਅਰਪੋਰਟ ਦੇ ਬਿਲਕੁਲ ਨਾਲ ਰਹਿੰਦੇ ਨੇ, ਉਹਨਾਂ ਨੂੰ ਕਿੰਨੀ ਉਡੀਕ ਆ, ਕਿੰਨਾ ਕੁ ਫਾਇਦਾ ਉਹਨਾਂ ਨੂੰ ਹੋਵੇਗਾ ਜਦ 에ਅਰਪੋਰਟ ਬਣ ਕੇ ਤਿਆਰ ਹੋਏ। ਗੱਲਬਾਤ ਕਰ ਲੈਂਦੇ ਆ। ਬਾਈ ਜੀ ਇੱਥੇ ਹੀ ਕੰਮ ਕਰਦੇ ਤੁਸੀਂ, ਤੁਹਾਡੀ ਆਪਣੀ ਦੁਕਾਨ ਹੈ? ਹਾਂਜੀ, ਇਹ ਮੇਰਾ ਰੈਸਟੋਰੈਂਟ ਹੈ ਜੀ ਇੱਥੇ ਹੀ। ਤੇ ਜੇਕਰ ਹਲਵਾਰਾ 에ਅਰਪੋਰਟ ਕਿੰਨਾ ਕੁ ਲੱਗਦਾ, ਜੇ ਕੱਲ ਤੋਂ ਇੱਥੋਂ ਕਹਿ ਰਿਹਾ ਜਾ ਰਿਹਾ ਕਿ ਜਲਦੀ ਇੱਥੋਂ ਫਲਾਈਟ ਜਿਹੜੇ ਉੱਡਦੀਆਂ ਸ਼ੁਰੂ ਹੋ ਜਾਣਗੀਆਂ, ਆਮ ਲੋਕਾਂ ਨੂੰ, ਇਲਾਕਾ ਨਿਵਾਸੀਆਂ ਨੂੰ ਕਿੰਨਾ ਕੁ ਇਸ ਦਾ ਫਾਇਦਾ ਹੋਊਗਾ? ਸਰ ਜੀ ਅਸੀਂ ਤਾਂ ਬੜੀ ਉਡੀਕ 'ਚ ਹਾਂ, ਜਿੰਨੀ ਛੇਤੀ ਹੋ ਸਕੇ 에ਅਰਪੋਰਟ ਸ਼ੁਰੂ ਹੋਏ, ਇੱਥੋਂ ਉਡਾਨਾਂ ਉੱਡਣ, ਤਾਂ ਕਿ ਸਾਡੇ ਇਲਾਕਾ ਨਿਵਾਸੀਆਂ ਦਾ ਇੱਥੇ ਤਰੱਕੀ ਹੋਵੇ, ਇੱਥੇ ਕਾਰੋਬਾਰ ਵਧੇ, ਇੰਡਸਟਰੀ ਵਧੇ, ਇੱਥੇ ਬਿਜ਼ਨਸ ਵਧੇਗਾ। ਇਸ ਨਾਲ ਇੰਪਲੋਇਮੈਂਟ ਨੂੰ ਇੱਥੇ ਨੌਕਰੀਆਂ ਮਿਲਣਗੀਆਂ। ਜਿਹੜੇ ਇੱਥੋਂ ਕੈਨੇਡਾ ਜਾਂਦੇ ਨੇ, ਅਮਰੀਕਾ ਜਾਂਦੇ ਨੇ, ਉਹਨਾਂ ਨੂੰ ਇੱਥੇ ਜਾਣ ਦੀ ਲੋੜ ਨਹੀਂ ਪੈਣੀ, ਇੱਥੇ ਕੰਮ ਕਰਨਗੇ, ਉਹਨੂੰ ਚੰਗੀ ਨੌਕਰੀਆਂ ਮਿਲਣੀਆਂ। ਇੱਥੇ ਇਹ ਸਹੂਲਤਾਂ ਸਾਨੂੰ ਵਧੀਆ ਮਿਲ ਜਾਣੀਆਂ ਇੱਥੇ ਜੇ 에ਅਰਪੋਰਟ ਸ਼ੁਰੂ ਹੋ ਜਾਂਦਾ ਹੈ ਤਾਂ। ਲੱਗਦਾ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਹੋਣਗੀਆਂ ਉਹ ਵੀ ਇੱਥੇ ਆ ਕੇ ਇਨਵੈਸਟ ਕਰਨਗੀਆਂ। ਹਾਂਜੀ ਬਿਲਕੁਲ ਸਰ, ਬਿਲਕੁਲ। ਜਦੋਂ 에ਅਰਪੋਰਟ ਆਊਗਾ ਤੇ ਵੱਡੀ ਕੰਪਨੀਆਂ ਤਾਂ ਆਟੋਮੈਟਿਕ ਇੱਥੇ ਆਉਣਗੇ ਜੀ। ਵੱਡੇ ਜਿਹੜੇ ਬਿਜ਼ਨਸਮੈਨ ਨੇ ਇੱਥੇ ਇਨਵੈਸਟ ਕਰਨ ਨੂੰ ਆਉਣਗੇ। ਆਪਣੇ ਜ਼ਮੀਨਾਂ ਤਾਂ ਇੱਥੇ ਖੁੱਲੀ ਡੁੱਲੀ ਥਾਵਾਂ ਨੇ, ਵੱਡੀ ਇੰਡਸਟਰੀਆਂ ਲੱਗ ਸਕਦੀਆਂ ਇੱਥੇ ਸਰ। ਇਸ ਕਰਕੇ ਇੱਥੇ ਰੁਜ਼ਗਾਰ ਤਾਂ ਵਧਣਾ ਹੀ ਵਧਣਾ ਹੈ ਆਉਣ ਵਾਲੇ ਸਮੇਂ ਦੇ। ਬਹੁਤ ਚਿਹਰੇ ਤੋਂ ਸਾਨੂੰ ਉਡੀਕ ਸੀਗੀ ਇਸ ਦੀ ਕਿ 에ਅਰਪੋਰਟ ਸ਼ੁਰੂ ਹੋਵੇ ਔਰ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ ਇਹਨੂੰ, ਤਾਂ ਕਿ ਇੱਥੇ ਬਿਜ਼ਨਸ ਵਪਾਰ ਵਧੇ। ਤੇ ਹੋਰ ਵੀ ਲੋਕ ਨੇ ਗੱਲਬਾਤ ਕਰਨ ਦੇ। ਬਾਈ ਜੀ ਉਡੀਕ ਹੈ ਹਲਵਾਰਾ 에ਅਰਪੋਰਟ ਬਣ ਕੇ ਪੂਰੇ ਤਿਆਰ ਦੇ? ਹਾਂਜੀ ਉਡੀਕ ਆ ਪੂਰੀ ਜੀ। ਰੋਜ਼ਗਾਰ ਵਧੂ, ਕੰਮ ਬਣਨਗੇ, ਜਿਹੜੇ ਬੱਚੇ ਮੰਡੇ ਆ ਰੋਜ਼ਗਾਰ ਬੈਠੇ ਘਰਾਂ ਦੇ ਵਿੱਚ, ਆਉਣ ਨਾਲ ਇੰਡਸਟਰੀਆਂ ਬਣਨਗੀਆਂ, ਮਤਲਬ ਰੋਜ਼ਗਾਰ ਵਧੂਗਾ, ਕੰਪਨੀਆਂ ਬਾਹਰੋਂ ਆਉਣਗੀਆਂ। ਆਪਾਂ ਨੇ ਜਿਹੜੀ ਬੰਦੇ ਲੋਕਲ ਆ ਬੈਠੇ ਆ, ਰੋਜ਼ਗਾਰ ਤੋਂ ਬਿਨਾਂ ਬੈਠੇ ਆ, ਰੋਜ਼ਗਾਰ ਵਧੂਗਾ, ਨੌਕਰੀਆਂ ਮਿਲਣਗੀਆਂ ਮੁੰਡਿਆਂ ਨੂੰ। ਲੱਗਦਾ ਕਿ ਜੇਕਰ ਕੱਲ ਨੂੰ ਜੇ 에ਅਰਪੋਰਟ ਚੱਲਦਾ ਵਾ, ਕਿਉਂਕਿ ਕਿਹਾ ਜਿਹੜਾ ਜਲਦੀ ਜਿਹੜਾ ਇੱਥੇ ਬਣ ਕੇ ਤਿਆਰ ਹੋਏਗਾ, ਫਲਾਈਟਾਂ ਤੋਂ ਉੱਡਣਗੀਆਂ, ਜ਼ਮੀਨਾਂ ਦੇ ਭਾਅ ਵੀ ਲੱਗਦਾ ਵਧਣਗੇ। ਹਾਂਜੀ ਹਾਂ, ਜ਼ਮੀਨਾਂ ਭਾਅ ਵਧਣਗੇ। ਬਾਕੀ ਜਿਹੜਾ ਆਮ ਜਨਤਾ ਲੋਕ ਆ, ਜਿਹੜੀ ਗਰੀਬ ਰੇਖਾ ਤੋਂ ਥੱਲੇ ਆ, ਉਹ ਰੋਜ਼ਗਾਰ ਮਿਲਣ ਦੇ ਚਾਂਸ ਜ਼ਿਆਦਾ ਨੇ। ਜਿਵੇਂ ਡਿਊਟੀਆਂ ਹੋ ਗਏ, ਗਾਰਡ ਡਿਊਟੀ ਹੋ ਗਈ, ਹੋਰ ਰੋਜ਼ਗਾਰ ਮਿਲਣ ਦੇ ਚਾਂਸ ਜ਼ਿਆਦਾ ਨੇ। ਕਿਉਂਕਿ ਸਰ ਜਿਹੜੇ ਹਲਵਾਰਾ 에ਅਰਪੋਰਟ ਜਿੰਨੇ ਵੀ ਨੌਜਵਾਨ ਸੀਗੇ, ਉਹਨਾਂ ਨੂੰ ਨੌਕਰੀ ਕਰਨ ਲਈ ਜਾਂ ਲੁਧਿਆਣੇ ਜਾਂ ਕਿਸੇ ਦੂਜੇ ਸ਼ਹਿਰ ਜਾਣਾ ਪੈਂਦਾ ਸੀ। ਲੱਗਦਾ ਕਿ ਜੇ ਕੱਲ, ਕਿਉਂਕਿ ਜਲਦੀ ਕਿਹਾ ਜਾ ਰਿਹਾ ਕਿ ਬਣ ਕੇ ਤਿਆਰ ਹੋ ਜਾਊਗਾ, ਫਾਇਦਾ ਮਿਲੂਗਾ, ਰੋਜ਼ਗਾਰ ਮਿਲੂਗਾ, ਇੰਪਲੋਇਮੈਂਟ ਮਿਲੂਗੀ। ਬਿਲਕੁਲ ਸਰ, ਬਿਲਕੁਲ। ਇੱਥੇ ਤੁਹਾਨੂੰ ਪਤਾ ਹੀ ਹੈ, ਜਦੋਂ 에ਅਰਪੋਰਟ ਇੱਕ ਇੰਨੀ ਵੱਡੀ ਇੰਡਸਟਰੀ ਇੱਥੇ ਲੱਗੇਗੀ ਤੇ ਕਿੰਨੀ ਉੱਥੇ ਇੰਪਲੋਇਮੈਂਟ ਨਿਕਲੇਗੀ ਸਰ। ਕਾਰਗੋ ਦੇ ਵਿੱਚ ਨਿਕਲੇਗੀ, ਉੱਥੇ ਅੰਦਰ ਵੀ 에ਅਰਪੋਰਟ ਸਟਾਫ ਵਾਸਤੇ ਨਿਕਲੇਗੀ। ਇੰਨੇ ਐਜੂਕੇਟਿਡ ਪੀਪਲਸ ਨੇ, ਇਹਨੂੰ ਐਜੂਕੇਟਡ ਬੱਚੇ ਨੇ ਅੱਜ ਕੱਲ੍ਹ ਦੇ, ਜਿਹੜੇ ਦੂਜੇ ਸਿਟੀਆਂ ਦੇ ਵਿੱਚ ਜਾ ਕੇ ਆਪਣੀ ਐਜੂਕੇਸ਼ਨ ਦੀ ਉੱਥੇ ਕੰਮ ਕਰਦੇ ਨੇ ਅਕੋਰਡਿੰਗ, ਉਹਨਾਂ ਨੂੰ ਇੱਥੇ ਹੀ ਕੰਮ ਕਰਨ ਨੂੰ ਮਿਲੇਗਾ ਔਰ ਬਹੁਤ ਵਧੀਆ ਉਹਨਾਂ ਦਾ ਬਣ ਸਕਦਾ ਅੱਗੇ ਫਿਊਚਰ ਭਾਜੀ। ਤੇ ਅਸੀਂ ਤਾਂ ਚਾਹੁੰਦੇ ਹਾਂ ਕਿ ਜਿੰਨੀ ਛੇਤੀ ਹੋ ਸਕੇ ਸ਼ੁਰੂ ਹੋ। ਹਵਾਈ ਅੱਡਾ ਬਣੇਗਾ ਤਾਂ ਕਨੈਕਟੀਵਿਟੀ ਵੀ ਵਧੇਗੀ। ਲੁਧਿਆਣਾ ਉਦਯੋਗਿਕ ਸ਼ਹਿਰ ਹੈ ਅਤੇ ਹਲਵਾੜਾ 'ਚ 에ਅਰਪੋਰਟ ਬਣ ਕੇ ਤਿਆਰ ਹੁੰਦਾ ਤਾਂ ਲੁਧਿਆਣਾ ਦੇ ਕਾਰੋਬਾਰੀ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਨਾਲ ਤੇਜ਼ੀ ਦੇ ਨਾਲ ਜੁੜਨਗੇ, ਉੱਥੇ ਹੀ ਉਦਯੋਗ ਅਤੇ ਕਾਰੋਬਾਰੀਆਂ ਨੂੰ ਵੀ ਹੁਲਾਰਾ ਮਿਲੇਗਾ। ਸਾਡੇ ਨਾਲ ਲੁਧਿਆਣਾ ਦੇ ਮਸ਼ਹੂਰ ਉਦਯੋਗਪਤੀ ਵਿਨੋਦ ਥਾਪੜ ਜੀ ਮੌਜੂਦ ਨੇ, ਗੱਲਬਾਤ ਕਰਾਂਗੇ। ਥਾਪੜ ਸਾਹਿਬ, ਕਿਸ ਤਰੀਕੇ ਦੇ ਨਾਲ ਦੇਖ ਲਿਓ ਹਲਵਾਰਾ 에ਅਰਪੋਰਟ ਨੂੰ, ਕਿਉਂਕਿ ਹਲਵਾਰਾ 에ਅਰਪੋਰਟ ਬਹੁਤ ਘੱਟ ਸਮੇਂ ਦੇ ਵਿੱਚ ਖੁੱਲ੍ਹਣ ਜਾ ਰਿਹਾ? ਸਭ ਤੋਂ ਪਹਿਲਾਂ ਮੇਰੀ ਸਭ ਨੂੰ ਸਤਿ ਸ਼੍ਰੀ ਅਕਾਲ। ਮੈਂ ਇਹ ਦੱਸਣਾ ਚਾਹੁੰਦਾ ਵੀ ਲੁਧਿਆਣਾ ਮੈਨਚੈਸਟਰ ਆਫ ਇੰਡੀਆ, ਇਹ ਹੌਜ਼ਰੀ ਹੈ ਜਿਹੜੀ, ਨਿਟਵੇਅਰ ਹੈ,
ਇੱਥੇ ਦੀ ਮਦਰ ਇੰਡਸਟਰੀ ਹੈ, 125 ਸਾਲ ਤੋਂ ਜ਼ਿਆਦਾ ਪੁਰਾਣੀ ਇੰਡਸਟਰੀ ਹੈ। ਔਰ ਲੋਕੇਸ਼ਨ ਡਿਸਐਡਵਾਂਟੇਜ ਹੋਣ ਕਰਕੇ, ਕਿਉਂਕਿ ਕੋਈ ਨਾ ਨੀਅਰ ਕੋਈ 에ਅਰਪੋਰਟ ਹੈ ਤੇ ਨਾ ਕੋਈ ਪੋਰਟ ਹੈ, ਤੇ ਇਸ ਕਰਕੇ ਸਾਨੂੰ ਬੜਾ ਵੱਡਾ ਨੁਕਸਾਨ ਹੁੰਦਾ ਸੀਗਾ। ਇਹ ਪੋਰਟ ਖੁੱਲ੍ਹਣ ਨਾਲ ਸਾਡੀ ਇੰਡਸਟਰੀ ਨੂੰ ਸਾਰਿਆਂ ਨੂੰ ਬਹੁਤ ਹੀ ਲਾਭ ਹੋਗਾ। ਲੁਧਿਆਣੇ ਪੰਜਾਬ ਦਾ ਮੋਰ ਦੈਨ 35% 40% ਕਲਸਟਰ ਇੰਡਸਟਰੀਆਂ ਲੁਧਿਆਣੇ ਹੈ। 40% ਪ੍ਰੋਡਕਸ਼ਨ ਇਕੱਲੇ ਲੁਧਿਆਣੇ 'ਚ ਹੈ, ਸਾਰੇ ਪੰਜਾਬ ਦੀ। ਇਸ ਕਰਕੇ ਲੁਧਿਆਣਾ ਬੜਾ ਇੰਪੋਰਟੈਂਟ ਸਟੇਸ਼ਨ ਹੈ। ਕਹਿ ਸਕਦੇ ਬਹੁਤ ਲੰਬੇ ਸਮੇਂ ਦੀ ਮੰਗ ਸੀਗੀ ਉਦਯੋਗਪਤੀਆਂ ਦੀ ਕਿ ਇਸ ਚੀਜ਼ ਨੂੰ ਇੱਥੇ ਲਿਆਂਦਾ ਜਾਵੇ, ਕਿਉਂਕਿ ਪੋਰਟ ਤਾਂ ਇੱਥੇ ਆ ਨਹੀਂ ਸਕਦਾ ਸੀਗਾ, ਪਰ 에ਅਰਪੋਰਟ ਹੈ ਜਿਹੜਾ ਇੱਥੇ ਆ ਸਕਦਾ ਸੀਗਾ। ਇਹੀ ਮੈਂ ਦੱਸਣਾ ਚਾਹ ਰਿਹਾ ਸੀ ਵੀ ਸਾਡੇ ਕੋਲ ਲੋਕੇਸ਼ਨ ਡਿਸਐਡਵਾਂਟੇਜ ਹੋਣ ਕਰਕੇ ਪੋਰਟ ਆ ਨਹੀਂ ਸਕਦਾ। ਡਰਾਈ ਪੋਰਟ ਵੀ ਚੱਲਿਆ, ਲੇਕਿਨ ਸਾਨੂੰ 에ਅਰਪੋਰਟ ਦੀ ਬਹੁਤ ਸਖਤ ਜ਼ਰੂਰਤ ਸੀ। ਇਹ ਬੜੀ ਅੱਛੀ ਗੱਲ ਹੈ, ਇਹ ਇੱਥੇ ਆ ਜਾਏਗੀ। ਜਿਹੜੇ ਸਾਡੇ ਵਪਾਰੀ ਲੁਧਿਆਣੇ ਨਹੀਂ ਆਉਂਦੇ ਸੀਗੇ, ਦਿੱਲੀੋਂ ਹੀ ਬਿਜ਼ਨਸ ਕਰਕੇ ਲਿਬਲਾ ਕੇ ਉੱਥੋਂ ਵਾਪਸ ਚਲ ਜਾਂਦੇ ਸੀਗੇ। ਮੈਂ ਇੱਕ ਅੱਧਾ ਇੰਸੀਡੈਂਟ ਦੱਸਣਾ ਚਾਹੁੰਦਾ। ਇੱਕ ਵਾਰ ਅੱਛਾ ਵਪਾਰੀ ਬੁਲਾ ਲਿਆ, ਕਿਸੇ ਨੇ ਸਾਡੇ ਇੱਕ ਨਵਾਂ ਯੂਨਿਟ ਬਣਾਇਆ ਸੀ, ਬਹੁਤ ਅੱਛੀ ਫੈਕਟਰੀ ਬਣਾਈ ਸੀ। ਲੁਧਿਆਣੇ ਦਾ ਇਨਫਰਾਸਟ੍ਰਕਚਰ ਇੰਨਾ ਮਾੜਾ ਸੀ, ਉਹ ਉੱਥੇ ਪਹੁੰਚਿਆ, ਉਹ ਫੈਕਟਰੀ ਦੇ ਅੰਦਰ ਵੜਨ ਤੋਂ ਪਹਿਲਾਂ ਹੀ ਲੈਟਸ ਗੋ ਟੂ ਦਿੱਲੀ ਚਲ ਗਏ। ਉਹਨੇ ਆਰਡਰ ਹੀ ਕੈਂਸਲ ਕਰਤਾ। ਮਤਲਬ ਇੰਨਾ ਬੁਰਾ ਹਾਲ ਸੀਗਾ। ਸਾਡੇ ਲਈ ਇਹ ਬਹੁਤ ਬੜੀ ਸਹੂਲਤ ਹੈ, ਬਹੁਤ ਵੱਡਾ ਬੈਨੀਫਿਟ ਹੋਊਗਾ ਇੰਡਸਟਰੀ ਨੂੰ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਹਵਾਈ ਅੱਡਾ ਬਣ ਕੇ ਤਿਆਰ ਹੋਣ ਨਾਲ ਉਹਨਾਂ ਨੂੰ ਵੱਡੀ ਰਾਹਤ ਮਿਲੇਗੀ। ਨਾਲ ਹੀ ਵਿਦੇਸ਼ਾਂ ਤੋਂ ਆਉਣ ਵਾਲੇ ਕਾਰੋਬਾਰੀਆਂ ਦਾ ਵੀ ਸਾਡੇ ਅਤੇ ਸਾਡੇ ਸ਼ਹਿਰ ਤੇ ਭਰੋਸਾ ਵਧੇਗਾ ਅਤੇ ਲੁਧਿਆਣਾ ਦਾ ਕਾਰੋਬਾਰੀ ਵੀ ਤਰੱਕੀ ਕਰੇਗਾ। ਹਲਵਾਰਾ 에ਅਰਪੋਰਟ ਨੂੰ ਲੈ ਕੇ ਗੱਲਬਾਤ ਕਰਾਂਗੇ। ਸਾਡੇ ਨਾਲ ਲੁਧਿਆਣਾ ਦੇ ਮਸ਼ਹੂਰ ਉਦਯੋਗਪਤੀ ਚਰਨਜੀਤ ਸਿੰਘ ਜੀ ਮੌਜੂਦ ਨੇ। ਸਰ, ਸਭ ਤੋਂ ਪਹਿਲਾਂ ਮੇਰਾ ਸਵਾਲ ਹੋਏਗਾ, ਜੋ ਹਲਵਾਰਾ 에ਅਰਪੋਰਟ ਹੈ, ਹਲਵਾਰਾ 에ਅਰਪੋਰਟ ਨਾ ਹੋਣ ਕਰਕੇ ਕਿੰਨਾ ਕੁ ਨੁਕਸਾਨ ਹੈ ਅਤੇ ਆਉਣ ਨਾਲ ਕਿੰਨਾ ਕੁ ਫਾਇਦਾ ਹੋਵੇਗਾ? ਪਹਿਲੀ ਗੱਲ ਤਾਂ ਇੱਕ ਹੋਰ ਹੈ ਵੀ ਇਹਦੀ ਲੋਕੇਸ਼ਨ 에ਅਰਪੋਰਟ ਦੀ ਬਹੁਤ ਵਾਰੀ ਬਦਲੀ ਗਈ ਹੈ, ਬੜੀਆਂ ਸਰਕਾਰਾਂ ਨੇ ਬਦਲੀ ਹੈ, ਜਿਹਦੇ ਕਰਕੇ ਸਾਨੂੰ ਇਹ ਸੀਗਾ ਵੀ ਇਹ ਲੱਗ ਜਾਵੇ ਸੀ, ਇਹਦੀ ਲੋਕੇਸ਼ਨ ਕੋਈ ਫਾਈਨਲ ਹੋਵੇ। ਅਲਟੀਮੇਟਲੀ ਚਲੋ ਇਹ ਗੱਲ ਬੜੀ ਅੱਛੀ ਹੈ ਕਿ ਲੋਕੇਸ਼ਨ ਫਾਈਨਲ ਹੋ ਗਈ, ਹਲਵਾਰੇ ਦਾ ਕੰਮ ਵੀ ਸ਼ੁਰੂ ਹੋ ਗਿਆ ਔਰ ਜਲਦੀ ਸਾਨੂੰ ਉਹ ਦੇਣ ਲੱਗੇ। ਔਨ ਦਾ ਹੋਲ ਇਹ ਹੈ ਵੀ ਜਿਹੜਾ ਸਾਡਾ ਇੰਡਸਟਰੀਅਲ ਟਾਊਨ ਹੈ ਲੁਧਿਆਣਾ, ਇਹਦਾ ਆਲ ਓਵਰ ਵਰਲਡ ਹਰੇਕ ਪ੍ਰੋਡਕਟ ਨਾਲ, ਹਰੇਕ ਸਿਸਟਮ ਨਾਲ ਲਿੰਕ ਬਹੁਤ ਜ਼ਬਰਦਸਤ ਹੈ। ਹਰੇਕ ਆਦਮੀ, ਕੋਈ ਵੀ ਅਸੀਂ ਕਿਸੇ ਨੂੰ ਆਰਡਰ ਦਿੰਦੇ ਹਾਂ ਵੈਸੇ ਜਨਰਲੀ, ਜਾਂ ਸਾਡੇ ਕੋਲ ਕੋਈ ਆਰਡਰ ਲੈਂਦਾ ਜਾਂ ਅਸੀਂ ਦਿੰਦੇ ਹਾਂ, ਅਤੇ ਅਗਲਾ ਉਹਦਾ ਨਾ ਵਰਕ ਪਰਮਿਸਿਸ ਜ਼ਰੂਰ ਦੇਖਣਾ ਚਾਹੁੰਦਾ ਵੀ ਵਰਕ ਫੈਕਟਰੀ ਦਾ ਸੈਟਅਪ ਕਿੱਦਾਂ ਦਾ। ਸੋ ਵੀ ਉਹ ਆਉਂਦੇ ਨੇ ਜਿਹਦੇ ਕਹਿੰਦੇ ਹਾਂ ਵੀ ਆਪਕਾ ਯੂਨਿਟ ਕਹਾਂ ਹੈ, ਵੀ ਵਾਂਟ ਟੂ ਸੀ ਦੈਟ, ਭਾਵੇਂ ਅੰਗਰੇਜ਼ ਆਉਂਦਾ ਕੋਈ ਵੀ ਹੈ ਕਿਸੇ ਵਰਲਡ ਤੋਂ, ਅਤੇ ਉਹਨੂੰ ਅਸੀਂ ਇੱਥੇ ਲੈ ਕੇ ਆਉਣਾ ਚਾਹੁੰਦੇ ਸੀਗੇ। ਉਸ ਤੋਂ ਪਹਿਲਾਂ ਇੰਨੀ ਕੁ ਬੁਰਾ ਹਾਲ ਸੀਗੀ ਵੀ ਰੋਡਸ ਦੀ, ਤੁਸੀਂ ਜਾਣਦੇ ਹੋ ਸਾਰੇ, ਪਰ ਅਸੀਂ ਫਿਰ ਵੀ ਕਹਿੰਦੇ ਚਲੋ ਕੋਈ ਗੱਲ ਨਹੀਂ, ਵੀ ਵਿਲ ਮੈਨੇਜ। ਘੱਟੋ ਘੱਟ ਅਸੀਂ ਯੂਨਿਟ ਤਾਂ ਆਪਣੇ ਮੈਨੇਜ ਕੀਤੇ ਸੀ, ਦਿਖਾ ਵੀ ਸਕਦੇ ਹਾਂ। ਉਹਦਾ ਸਭ ਤੋਂ ਵੱਡਾ ਵਾਧਾ ਹੈ, ਹੈ ਨੂੰ ਕਹਿਣ ਨੂੰ ਗੱਲ ਛੋਟੀ ਜਿਹੀ ਹੈ, ਪਰ ਉਹਦਾ ਜਿਹੜਾ ਆਰਡਰ ਦਾ ਵੋਲੀਅਮ ਹੈ ਨਾ, ਉਹ ਬਹੁਤ ਵੱਧ ਜਾਂਦਾ। ਕਸਟਮਰ ਦਾ ਕੌਨਫੀਡੈਂਸ ਬਣ ਜਾਂਦਾ। ਇੱਕ ਛੋਟੀ ਜਿਹੀ ਮੇਰਾ ਮਿਸਾਲ ਹੈ, ਸਾਡੇ ਇੱਕ ਦੋਸਤ ਸੀਗਾ ਅਤੇ ਉਹਨੇ ਫੈਕਟਰੀ ਵਿਜ਼ਿਟ ਕਰਾਈ, ਅਤੇ ਉਹ ਜੈਪਨੀਜ਼ ਸੀਗਾ, ਅਤੇ ਉਹ ਆਇਆ ਅਤੇ ਆ ਕੇ ਦੇਖਦਾ, ਕਹਿੰਦਾ ਤੁਹਾਡੇ ਮੈਪ ਇੱਥੇ ਲੱਗਿਆ ਅਤੇ ਨਾਲ ਇਹ ਜਗ੍ਹਾ ਕਾਹਦੀ ਗੱਲ ਛੱਡੀ ਹੋਈ ਇੱਥੇ। ਉਹ ਕਹਿੰਦਾ ਇਹ ਫਿਊਚਰ ਪਲੈਨਿੰਗ ਨਹੀਂ ਛੱਡੀ ਹੈ ਮੈਂ। ਉਹ ਸਿਰਫ ਇਸ ਗੱਲ ਦੇ ਉੱਪਰ ਦੇਖੀ ਕਿ ਡਰਾਇੰਗ ਦੇਖਣ ਤੋਂ ਬਾਅਦ ਕਹਿੰਦਾ ਵੀ ਮੈਂ ਤੁਹਾਡੇ ਨਾਲ ਹੀ ਕੰਮ ਕਰਨਾ। ਸੋ ਉਹਦੀ ਨਾਲ ਫੈਮਿਲੀ ਸੀ, ਉੱਥੇ ਬੈਠਾ। ਕਹਿ ਸਕਦੇ ਚਰਨਜੀਤ ਜੀ, ਪਹਿਲਾਂ ਬਹੁਤ ਸਾਰੀਆਂ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਦਯੋਗਪਤੀਆਂ ਨੂੰ, ਚਾਹੇ ਕਿਸੇ ਕਲਾਇੰਟ ਨੂੰ ਦਿੱਲੀੋਂ ਬੰਬੇੋਂ ਲੈ ਕੇ ਆਉਣਾ ਹੋਵੇ, ਚਾਹੇ ਇੱਥੋਂ ਐਕਸਪੋਰਟ ਇੰਪੋਰਟ ਕਰਨਾ ਹੋਵੇ। ਬਹੁਤ ਜ਼ਿਆਦਾ ਪ੍ਰੋਬਲਮ ਸੀਗੀਆਂ, ਔਰ ਟਾਈਮ ਸ਼ਡਿਊਲ ਜਿਹੜਾ ਵਾਇਆ ਹੋ ਕੇ ਦਿੱਲੀੋਂ ਹੋ ਕੇ ਆਉਣਾ, ਇੱਧਰ ਆਉਣਾ, ਕਨਫਿਊਜ਼ਨ ਜਿਹੜਾ ਬੜਾ ਰਹਿਣਾ, ਟਾਈਮ ਸਲੋਟ ਬੜਾ ਸੀ, ਕਿਉਂਕਿ ਐਕਸਪੋਰਟ ਦੇ ਵਿੱਚ ਕੰਸਾਈਨਮੈਂਟ ਬੇਸਿਸ ਦੇ ਉੱਪਰ ਹੈ, ਉਹਦੇ ਉੱਪਰ ਸਾਨੂੰ ਡੈਮਰੇਜਸ ਬਹੁਤ ਪੈਂਦੇ ਸੀ, ਜਿਹੜੇ ਕਿ ਸਾਨੂੰ ਓਰੀਜਨਲ ਨਾਲੋਂ ਵੀ ਡੈਮਰੇਜ ਕਈ ਵਾਰੀ ਜ਼ਿਆਦਾ ਪੈ ਜਾਂਦਾ ਸੀ। ਉਹਨੇ ਸਾਨੂੰ ਬੜਾ ਹੈਰੇਸ ਕੀਤਾ, ਪਰ ਅਸੀਂ ਕਹਿੰਦੇ ਚਲੋ ਕੋਈ ਗੱਲ ਨਹੀਂ, ਜਾ ਰਿਹਾ, ਕਸਟਮਰ ਨਹੀਂ ਛੱਡਣਾ। ਪਰ ਹੁਣ ਸਾਡੇ ਇੱਦਾਂ ਕਿ ਇਹਦੇ ਆਉਣ ਨਾਲ ਇੱਕ ਹੋਰ ਹੈ ਵੀ ਸਿੱਧਾ ਉੱਥੋਂ ਅਗਲਾ, ਹੁਣ ਜਿਵੇਂ ਆਪ ਫਲਾਈਟਾਂ ਸ਼ੁਰੂ ਹੋ ਰਹੀਆਂ ਨੇ, ਸਾਰੀਆਂ ਚੱਲ ਪੈਣੀਆਂ ਨੇ, ਉਹਦਾ ਇਹ ਕਿ ਟਾਈਮ ਬਾਊਂਡਡ ਹੈ। ਐਕਸਪੋਰਟ ਦੇ ਵਿੱਚ ਇੱਕ ਵੱਡੀ ਖਾਸੀਅਤ ਹੈ ਵੀ ਉਹ ਟਾਈਮ ਬਾਊਂਡਡ ਕੰਮ ਕਰਦੇ, ਰੇਟ ਬਾਅਦ 'ਚ ਨੈਗੋਸ਼ੀਏਟ ਕਰਦੇ। ਪਹਿਲਾਂ ਕਹਿੰਦੇ ਬੋਲੋ ਕੰਸਾਈਨਮੈਂਟ ਇਤਨੀ ਦੇਰ में पहुँच जाएगी, इट इज़ ओके, देन इट इज़ ओके।
ਲੁਧਿਆਣਾ ਵਾਸੀ ਬਹੁਤ ਹੀ ਬੇਸਬਰੀ ਦੇ ਨਾਲ ਹਵਾਈ ਅੱਡਾ ਬਣ ਕੇ ਤਿਆਰ ਹੋ ਜਾਣ ਦਾ ਇੰਤਜ਼ਾਰ ਕਰ ਰਹੇ ਨੇ, ਪਰ ਹਾਲੇ ਸਿਰਫ 40% ਕੰਮ ਪੂਰਾ ਹੋਇਆ ਅਤੇ ਕਦੋਂ ਤੱਕ ਕੰਮ ਪੂਰਾ ਹੋ ਜਾਵੇਗਾ ਅਤੇ ਕਦੋਂ ਤੱਕ ਫਲਾਈਟ ਦੀ ਉਡਾਨ ਭਰਨ ਦੇ ਲਈ ਹਵਾਈ ਅੱਡਾ ਬਿਲਕੁਲ ਤਿਆਰ ਹੋ ਜਾਵੇਗਾ। ਇਸ ਬਾਬਤ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਵੀ ਖਾਸ ਤੌਰ ਤੇ ਗੱਲਬਾਤ ਕੀਤੀ ਗਈ। ਡੀਸੀ ਮੈਮ ਲੁਧਿਆਣਾ ਮੌਜੂਦ ਨੇ। ਮੈਮ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਹਲਵਾਰਾ 에ਅਰਪੋਰਟ ਨੂੰ ਲੈ ਕੇ, ਕਿੰਨਾ ਕੁ ਕੰਮ ਜਿਹੜਾ ਕਿ ਉੱਥੇ ਹੁਣ ਤੱਕ ਹੋ ਚੁੱਕਿਆ ਤੇ ਕਦੋਂ ਤੱਕ ਇਹ ਜਿਹੜਾ ਕਿ ਲੋਕਾਂ ਵਾਸਤੇ ਖੋਲ੍ਹ ਦਿੱਤਾ ਜਾਵੇ? ਜੀ ਹਲਵਾਰਾ 에ਅਰਪੋਰਟ ਦੇ ਵਿੱਚ ਅਰਾਊਂਡ ਤਕਰੀਬਨ 162 ਏਕੜ ਦੇ ਕਰੀਬ ਲੈਂਡ ਹੈ ਤੇ ਇਹਦੇ 135 ਤੋਂ 138 ਏਕੜ ਦੇ ਕਰੀਬ ਬਾਉਂਡਰੀ ਵਾਲ ਦਾ ਕੰਮ ਜਿਹੜਾ ਹੈਗਾ ਉਹ ਮੁਕੰਮਲ ਹੋ ਗਿਆ ਹੈ। ਬਾਕੀ ਦਾ ਏਰੀਆ ਜਿਹੜਾ ਹੈਗਾ ਉਹ ਕਮਰਸ਼ੀਅਲ ਸੈਗਮੈਂਟ ਵਾਸਤੇ ਅਵੇਲੇਬਲ ਕੀਤਾ ਗਿਆ ਹੈ ਤੇ ਇਹਦੇ ਵਿੱਚ 2 ਟੈਂਡਰ ਪ੍ਰਾਇਮਰੀਲੀ ਇੰਟਰਨਲ ਕੰਮਾਂ ਵਾਸਤੇ ਕਾਲ ਕੀਤੇ ਗਏ ਸੀਗੇ, ਜਿਨ੍ਹਾਂ ਦਾ ਟੋਟਲ ਖਰਚਾ ਲਗਭਗ 47 ਕਰੋੜ ਦੇ ਕਰੀਬ ਹੈ। ਮੌਕੇ ਤੇ 2 ਟੈਂਡਰਸ, ਇੱਕ ਤਾਂ ਕੁਝ ਇੰਟਰਨਲ ਰੋਡਸ, ਲਾਈਟਿੰਗ, ਪਬਲਿਕ ਅਮੈਨਿਟੀਜ਼ ਐਟਸੈਟਰਾ ਦੀਆਂ ਹੈਗੀਆਂ ਤੇ ਨਾਲ ਏਪਰਨ ਜਿਹੜਾ ਹੈਗਾ ਤੇ ਟੈਕਸੀਵੇ ਫਲਾਈਟਸ ਵਾਸਤੇ, ਐਂਡ ਅਪਾਰਟ ਫਰੋਮ ਦੈਟ ਉੱਥੇ ਇੱਕ ਸਬ ਸਟੇਸ਼ਨ, ਇੱਕ ਟਾਇਲਟ ਬਲਾਕ ਔਰ ਜਿਹੜੀ ਮੇਨ ਟਰਮੀਨਲ ਇੰਟਰਮ ਟਰਮੀਨਲ ਬਿਲਡਿੰਗ ਹੈ ਉਸ ਦੀ ਉਸਾਰੀ ਦੇ ਕੰਮ ਨੇ। ਸੋ ਇਹ ਕੰਮ ਕਾਫੀ ਤੇਜ਼ੀ ਨਾਲ, ਹੁਣ ਫੰਡਸ ਰਿਲੀਜ਼ ਹੋ ਗਏ ਨੇ, ਕਾਫੀ ਤੇਜ਼ੀ ਨਾਲ ਟੇਕਅਪ ਹੋ ਰਹੇ ਨੇ। ਮੌਕੇ ਤੇ ਬਾਰ-ਬਾਰ ਮੈਂ ਵੀ ਜਾ ਕੇ ਨਿਰੀਖਣ ਕਰਦੀ ਹਾਂ। ਸਾਡੇ SC PWD ਤੇ PWD ਦਾ ਡਿਪਾਰਟਮੈਂਟ ਜਿਹੜਾ ਇਹਨਾਂ ਕੰਮਾਂ ਨੂੰ ਕਰ ਰਿਹਾ ਮੌਕੇ ਤੇ, ਉਹਨਾਂ ਨੇ ਵੀ ਕਾਫੀ ਇਸ ਤੇ ਸ਼ਡਿਊਲ ਨੂੰ ਟਾਈਟ ਕਰਦੇ ਹੋਏ ਤੇਜ਼ੀ ਨਾਲ ਕੰਮ ਕੀਤਾ ਹੈ। ਹੁਣ ਤੱਕ 40% ਦੇ ਕਰੀਬ ਦਾ ਕੰਮ ਹੋ ਚੁੱਕਿਆ ਹੈਗਾ ਐਂਡ ਇੰਟਰਮ ਜੋ ਟਰਮੀਨਲ ਬਿਲਡਿੰਗ ਹੈ ਉਹ ਜ਼ੋਰੋ ਸ਼ੋਰੋ ਤੋਂ ਉੱਥੇ ਉਹਦੀ ਉਸਾਰੀ ਦਿਖਦੀ ਹੈਗੀ ਹੈ ਤੇ ਹੋ ਰਹੀ ਹੈਗੀ ਹੈ। 40% ਕੰਮ ਜਿਹੜਾ ਕੰਪਲੀਟ ਹੋ ਚੁੱਕਿਆ, ਬਾਕੀ ਦਾ ਜੋ 60% ਕੰਮ ਪੈਂਡਿੰਗ ਹੈ ਉਹ ਕੰਮ ਕਦੋਂ ਤੱਕ ਕੰਪਲੀਟ ਹੋ ਜਾਵੇਗਾ, ਜਿਸ ਤੋਂ ਬਾਅਦ ਇਹ 에ਅਰਪੋਰਟ ਆਮ ਲੋਕਾਂ ਵਾਸਤੇ ਖੁੱਲ ਜਾਏਗਾ? ਜਿਹੜੀ ਟਰਮੀਨਲ ਬਿਲਡਿੰਗ, ਸਬ ਸਟੇਸ਼ਨ ਔਰ ਟਾਇਲਟ ਬਲਾਕ ਦਾ ਕੰਮ ਹੈ, ਜਿਹੜਾ ਇੱਕ ਟੈਂਡਰ ਹੈ, ਉਹਦਾ 31 ਜੁਲਾਈ ਤੱਕ ਕੰਮ ਕੰਪਲੀਟ ਹੋ ਜਾਏਗਾ ਤੇ ਜਿਹੜੇ ਇੰਟਰਨਲ ਰੋਡਸ ਦੇ ਕੰਮ ਨੇ ਐਂਡ ਏਪਰਨ ਐਂਡ ਟੈਕਸੀਵੇ ਦੇ, ਉਹ ਦੂਜਾ ਟੈਂਡਰ ਹੈਗਾ ਜਿਹਦਾ ਐਕਚੁਅਲ ਕੰਪਲੀਸ਼ਨ ਟਾਈਮ ਇਜ਼ ਲੇਟਰ ਦਿਸ ਈਅਰ, ਲੇਕਿਨ ਸਰਕਾਰ ਵੱਲੋਂ ਇਸ ਨੂੰ ਇੱਕ ਅਹਿਮ ਪ੍ਰੋਜੈਕਟ ਮੰਨਦੇ ਹੋਏ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਕਿ ਉਹ ਵੀ 31 ਜੁਲਾਈ ਤੱਕ ਅਸੀਂ ਵੱਧ ਤੋਂ ਵੱਧ ਕੰਪਲੀਟ ਕਰ ਦੇਈਏ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਦਕਾ ਹੀ ਕੰਮ ਤੇਜ਼ੀ ਦੇ ਨਾਲ ਮੁੜ ਤੋਂ ਸ਼ੁਰੂ ਹੋਇਆ। ਇਸ ਬਾਬਤ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਨਾਲ ਵੀ ਜ਼ੀ ਪੰਜਾਬ ਹਰਿਆਣਾ ਦੀ ਟੀਮ ਨੇ ਖਾਸ ਗੱਲਬਾਤ ਕੀਤੀ। ਸਰਕਾਰ ਵੱਲੋਂ ਕੀਤੀ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਜਾਣਿਆ ਅਤੇ ਹਵਾਈ ਅੱਡੇ ਦੇ ਚੱਲ ਰਹੇ ਕਾਰਜ ਤੇ ਵਿਚਾਰ ਵਟਾਂਦਰਾ ਹੋਇਆ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਸਾਡੇ ਨਾਲ ਮੌਜੂਦ ਨੇ। ਉਹਨਾਂ ਤੋਂ ਜ਼ਰੂਰ ਲਵਾਂਗੇ ਕਿ ਆਖਰਕਾਰ ਉਹਨਾਂ ਦੀ ਸਰਕਾਰ ਦੇ ਵਿੱਚ ਟੈਨਿਓਰ ਦੇ ਵਿੱਚ ਕਿੰਨਾ ਕੁ ਉਸ 에ਅਰਪੋਰਟ ਦਾ ਕੰਮ ਹੋ ਚੁੱਕਾ ਹੈ। ਸੋ ਸਾਡੇ ਨਾਲ ਹਰਭਜਨ ਸਿੰਘ ਈਟੀਓ ਨੇ। ਈਟੀਓ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜ਼ੀ ਮੀਡੀਆ ਤੇ। ਬਹੁਤ ਧੰਨਵਾਦ ਤੁਹਾਡਾ। ਸਰ, ਸਰਕਾਰਾਂ ਕਾਫੀ ਆਈਆਂ, ਬਾਦਲ ਸਰਕਾਰ, ਕੈਪਟਨ ਸਰਕਾਰ, ਚੰਨੀ ਸਰਕਾਰ, ਕਾਫੀ ਸਰਕਾਰਾਂ ਆਈਆਂ, ਪਰ ਉਹ ਕਿਉਂਕਿ ਅਸੀਂ ਤਾਂ ਉਸ ਮੁੱਦੇ ਦੀ ਗੱਲ ਕਰ ਰਹੇ ਹਾਂ ਹਲਵਾਰਾ ਇੰਟਰਨੈਸ਼ਨਲ 에ਅਰਪੋਰਟ ਦੀ, ਵਪਾਰੀਆਂ ਦਾ ਉੱਥੇ ਇੱਕ ਖਿੱਤਾ ਹੈ। ਤੁਸੀਂ ਦੇਖਿਆ ਹੋਣਾ ਕਿ ਬਹੁਤ ਵੱਡੀ ਇੰਡਸਟਰੀ ਜਿਹੜੀ ਹੈ ਉਹ ਲੁਧਿਆਣੇ ਦੇ ਵਿੱਚ ਹੈਗੀ ਹੈ, ਤਾਂ ਉੱਥੇ ਮੰਗ ਬਹੁਤ ਵੱਡੀ ਹੈ ਕਿ ਇਹ 에ਅਰਪੋਰਟ ਜਿਹੜਾ ਡੋਮੈਸਟਿਕ 에ਅਰਪੋਰਟ ਹੈਗਾ ਹੈ, ਇਸ ਨੂੰ ਚਾਲੂ ਕੀਤਾ ਜਾਵੇ। ਸਾਡਾ ਆਯਾਤ ਨਿਰਯਾਤ ਇੱਥੋਂ ਲੈ ਕੇ ਜਾਣ ਆਉਣ ਜਿਹੜਾ ਉਹ ਆਸਾਨ ਹੋ ਸਕੇ। ਸਰ, ਕਿੰਨਾ ਕੰਮ ਹੋ ਚੁੱਕਿਆ? ਤੁਸੀਂ ਉੱਥੇ ਵਿਜ਼ਿਟ ਕੀਤੀ ਹੈਗੀ? ਦੇਖੋ, ਜਿਹੜਾ ਹਲਵਾਰਾ ਇੰਟਰਨੈਸ਼ਨਲ 에ਅਰਪੋਰਟ ਆ, ਇਹਦੇ ਵਿੱਚ ਅਸੀਂ 132 ਏਕੜ ਜਿਹੜੀ ਆ ਵਾਲਡ ਸਾਡੇ ਕੋਲ ਜਗ੍ਹਾ ਆ। 30 ਏਕੜ ਅਸੀਂ ਬਾਹਰ ਕਮਰਸ਼ੀਅਲ ਲਈ ਜਾਂ ਹੋਰ ਪਰਪਸ ਲਈ ਕੀਤੀ ਆ। ਬੜੇ ਲੰਬੇ ਸਮੇਂ ਤੋਂ, ਜਿਵੇਂ ਤੁਸੀਂ ਦੱਸਿਆ ਹੀ ਆ, ਕਿ ਇਹ ਕੰਮ ਰੁਕਿਆ ਪਿਆ ਸੀਗਾ। ਜਿਹੜੀ ਲੁਧਿਆਣਾ ਹੈ ਸਾਡਾ, ਇਹ ਇੰਡਸਟਰੀਅਲ ਹੱਬ ਵੀ ਆ, ਹੌਜ਼ਰੀ ਦਾ ਕਾਫੀ ਉੱਥੇ ਕੰਮ ਆ। ਸੋ ਬੜੇ ਉੱਥੋਂ ਦੇ ਵਪਾਰੀ ਜਿਹੜੇ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਪਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਕੰਮ ਰੁਕਿਆ ਸੀਗਾ। ਕਦੀ ਕਿਤੇੋਂ ਨਹੀਂ ਫੰਡਸ ਆਏ, ਕਦੀ ਕੁਝ ਹੋ ਗਿਆ, ਸੋ ਇਸ ਕਰਕੇ ਇਹ ਕੰਮ ਸਿਰੇ ਨਹੀਂ ਚੜ੍ਹ ਸਕਿਆ। ਅਸੀਂ ਇਹਨੂੰ ਜਿਹੜਾ ਚਾਲੂ ਕਰਾਉਣ ਵਾਸਤੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ 25 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਆ ਉਹ ਇਮੀਡੀਏਟਲੀ ਜਾਰੀ ਕੀਤੀ, ਪਰਸਨਲ ਇੰਟਰਸਟ ਲਿਆ, ਤੇ ਅੱਜ ਕਾਫੀ ਕੰਮ ਜਿਹੜਾ ਆ ਉਹ ਨਿਬੜ ਚੁੱਕਾ ਆ। ਨਾਲ ਦੇ ਨਾਲ ਮੈਂ 16 ਅਪ੍ਰੈਲ ਨੂੰ ਵਿਜ਼ਿਟ ਵੀ ਕੀਤੀ ਸੀਗੀ ਉੱਥੇ ਅਧਿਕਾਰੀ ਲੈ ਕੇ ਮੈਂ ਗਿਆ ਸੀਗਾ। ਐਂਡ ਉਸ ਦਿਨ ਕੋਈ ਵੱਖ-ਵੱਖ ਜਿਸ ਤਰ੍ਹਾਂ ਐਪਰਨ ਬਣ ਰਿਹਾ ਉੱਥੇ, ਨਾਲ ਹੀ ਮਿਲਟਰੀ ਸਟੇਸ਼ਨ ਵੀ ਆ ਸਾਡੇ। ਟੇਕ ਆਫ ਲੈਂਡਿੰਗ ਜਿਹੜੀ ਆ ਉੱਧਰਲੀ ਸਾਈਡ 'ਤੇ ਹੋਣੀ ਆ। ਐਪਰਨ ਦਾ ਕੰਮ ਕਾਫੀ ਹੱਦ ਤੱਕ ਕੰਪਲੀਟ ਹੋਇਆ। ਜਿਹੜਾ ਟਰਮੀਨਲ ਆ ਉਹ ਵੀ ਕਾਫੀ ਬਣ ਗਿਆ ਹੈ। ਪਬਲਿਕ ਜਿਹੜਾ ਹੈਲਥ ਦਾ ਕੰਮ ਆ ਉਹ ਵੀ ਸਪੀਡ ਦੇ ਨਾਲ ਚੱਲ ਰਿਹਾ। ਸੋ ਅੱਜ ਮੇਰੇ ਕੋਲ ਰਿਪੋਰਟ ਆ ਕੇ ਕਿੰਨਾ ਕੰਮ ਤੁਸੀਂ ਕਿਹਾ ਇੱਥੇ ਮਤਲਬ ਕੰਪਲੀਟ ਹੋ ਚੁੱਕਾ ਹੈ।
ਜਿੱਦਣ ਮੈਂ ਵਿਜ਼ਿਟ ਕੀਤਾ ਸੀਗਾ 16 ਅਪ੍ਰੈਲ ਨੂੰ, ਉਦਣ ਸਾਡੇ ਕੋਲੇ ਟਰਮੀਨਲ ਬਿਲਡਿੰਗ 30% ਕੰਪਲੀਟ ਸੀਗੀ, ਅੱਜ 45% ਕੰਪਲੀਟ ਹੋ ਚੁੱਕੀ ਆ। ਸਬ ਸਟੇਸ਼ਨ ਦਾ ਕੰਮ 20% ਸੀਗਾ, 55% ਤੱਕ ਪਹੁੰਚ ਗਿਆ। ਐਂਡ ਟਾਇਲਟ ਬਲਾਕ ਜਿਹੜੇ ਸੀਗੇ 45% ਸੀਗੇ, ਸੋ 65% ਤੱਕ ਹੋ ਚੁੱਕੇ ਨੇ। ਹਰਭਜਨ ਜੀ, ਜੇਕਰ ਅਸੀਂ ਵਪਾਰੀਆਂ ਦੀ ਗੱਲ ਕਰੀਏ, ਤੁਸੀਂ ਜਾਣਦੇ ਹੋ ਮਾਨ ਸਾਹਿਬ ਵੀ ਮਹਾਰਾਸ਼ਟਰ ਵੀ ਗਏ ਨੇ, ਹੋਰ ਵੀ ਜਾ ਕੇ ਵਪਾਰੀਆਂ ਅੱਗੇ ਇਹ ਗੱਲ ਕਹੀਏ ਕਿ ਪੰਜਾਬ ਦੇ ਵਿੱਚ ਤੁਸੀਂ ਵਪਾਰ ਲੈ ਕੇ ਆਓ। ਤੁਹਾਨੂੰ ਲੱਗਦਾ ਕਿ ਵਾਕਈ ਉਹ ਇੱਕ ਮੇਨ ਮੁੱਦਾ ਸੀਗਾ, ਕਿਸੇ ਦਾ ਧਿਆਨ ਨਹੀਂ ਗਿਆ, ਤੇ ਹੁਣ ਤੁਹਾਡੀ ਸਰਕਾਰ ਦਾ ਇਸ ਵੱਲ ਧਿਆਨ ਗਿਆ ਹੈਗਾ, ਕਿਉਂਕਿ ਆਯਾਤ ਨਿਰਯਾਤ ਜਿਹੜਾ ਹੋਏਗਾ ਤਾਂ ਹੀ ਵਪਾਰੀ ਇੱਥੇ ਆ ਕੇ ਵਪਾਰ ਕਰੇਗਾ ਲੁਧਿਆਣੇ ਦੇ ਵਿੱਚ। ਦੇਖੋ, ਜਿਹੜੀ ਹੈਗੀ ਆ ਇਸ ਵੇਲੇ ਇਨਵੈਸਟਮੈਂਟ ਪੰਜਾਬ, ਵੈਸੇ ਵੀ ਇਨਵੈਸਟ ਪੰਜਾਬ ਦੇ ਵਿੱਚ ਅਸੀਂ ਪਿੱਛੇ ਜੇ ਆਪਦੇ ਉਹ ਵੀ ਇੱਕ ਬੁਲਾਏ ਵੀ ਸੀਗੇ ਵਪਾਰੀ, ਅਬਰੋਡ ਤੋਂ ਵੀ ਬੁਲਾਏ ਸੀਗੇ, ਪੂਰੇ ਇੰਡੀਆ ਦੇ ਵੀ ਬੁਲਾਏ ਸੀਗੇ। ਮੁਹਾਲੀ ਦੇ ਵਿੱਚ ਸਾਡਾ ਫੰਕਸ਼ਨ ਅਸੀਂ ਕੀਤੇ ਸੀਗੇ, ਸੋ ਉਹਦੇ ਵਿੱਚ ਸਾਡੇ ਕੋਲ ਕਾਫੀ ਵਪਾਰੀ ਆਏ ਸੀਗੇ। ਹੁਣ ਇਹ ਜਿਹੜਾ ਇਲਾਕਾ ਆ ਲੁਧਿਆਣੇ ਦਾ, ਜਿੱਥੇ 에ਅਰਪੋਰਟ, ਇਹਦੀ ਘਾਟ ਕਰਕੇ ਬਹੁਤ ਜ਼ਿਆਦਾ ਵਪਾਰੀ ਜਿਹੜੇ ਆ ਉਹ ਇਨੀਸ਼ੀਏਟਿਵ ਨਹੀਂ ਲੈ ਰਹੇ ਸੀਗੇ ਇਨਵੈਸਟ ਪੰਜਾਬ ਦੇ ਵਿੱਚ, ਕਿਉਂਕਿ ਸਹੂਲਤਾਂ ਤੇ ਚਾਹੀਦੀਆਂ। ਜੇ ਇੰਪੋਰਟ ਐਕਸਪੋਰਟ ਕਰਨੀ ਆ, ਕਾਰਗੋ ਆਉਣਗੇ ਜਾਂ ਜਾਣਗੇ, ਸਹੂਲਤ ਹੋਏਗੀ ਤਾਂ ਹੀ ਕੰਮ ਜਿਹੜਾ ਆ ਇਹ ਸ਼ੁਰੂ ਹੋਏਗਾ ਨਾ। ਸੋ ਜਿਹੜਾ ਇਹ ਏਤੀਆਨਾ ਸਾਡਾ ਉੱਥੇ ਪਿੰਡ ਆ, ਉਸ ਪਿੰਡ ਦੀ ਹੀ ਇਹ ਆਲਮੋਸਟ ਸਾਰੀ ਜ਼ਮੀਨ ਆ। ਸੋ ਅਸੀਂ ਇੱਕ ਗੱਲ ਉੱਥੇ ਹੋਰ ਵੀ ਜਿਹੜੀ ਕੀਤੀ ਆ ਕਿ ਜਿੱਥੇ ਐਪਰਨ ਖੜ੍ਹਦੇ ਨੇ ਉਹਦੇ ਕੋਲ ਸਾਡੇ ਕੋਲ ਹੋਰ ਵੀ ਜਗ੍ਹਾ ਕਾਫੀ ਅੱਗੇ ਆ। ਹੌਲੀ ਹੌਲੀ ਅਸੀਂ ਅਜੇ ਤਾਂ ਡੋਮੈਸਟਿਕ ਫਲਾਈਟਸ ਹੀ ਸ਼ੁਰੂ ਕਰ ਰਹੇ ਹਾਂ। ਹਲਵਾਰਾ 에ਅਰਪੋਰਟ ਨੂੰ ਲੈ ਕੇ ਜਿੱਥੇ ਪਿਛਲੀਆਂ ਸਰਕਾਰਾਂ ਵੱਲੋਂ ਲਗਾਤਾਰ ਨੀਂਹ ਪੱਥਰ ਰੱਖੇ ਗਏ ਪਰ ਕੰਮ ਕਿਤੇ ਵੀ ਨਾ ਪੂਰਾ ਹੋਇਆ, ਉਸ ਕੰਮ ਨੂੰ ਲੈ ਕੇ ਹੁਣ ਜਦੋਂ ਜਿਸ ਸਮੇਂ ਜੀ ਮੀਡੀਆ ਦੀ ਟੀਮ ਗਰਾਊਂਡ ਰਿਪੋਰਟ ਤੇ ਪਹੁੰਚੀ ਤਾਂ ਉਸ ਸਮੇਂ ਤਸਵੀਰਾਂ ਦੇਖਣ ਨੂੰ ਮਿਲੀਆਂ ਕਿ PWD ਦੇ ਅਧਿਕਾਰੀਆਂ ਵੱਲੋਂ ਜੰਗੀ ਪੱਧਰ ਤੇ ਹਲਵਾਰਾ 에ਅਰਪੋਰਟ ਦਾ ਕੰਮ ਕੀਤਾ ਜਾ ਰਿਹਾ ਤੇ ਖਾਸ ਤੌਰ ਤੇ ਜੋ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕੰਮ ਨੂੰ 2 ਪ੍ਰੋਜੈਕਟਾਂ ਦੇ ਵਿੱਚ ਵੰਡਿਆ ਗਿਆ, ਜਿਸ ਪ੍ਰੋਜੈਕਟ ਦੇ ਤਹਿਤ ਪਹਿਲੇ ਇਹ ਪ੍ਰੋਜੈਕਟ ਨੂੰ ਕਹਿ ਸਕਦੇ ਟਰਮੀਨਲ ਅਤੇ ਦੂਜੇ ਪ੍ਰੋਜੈਕਟ ਨੂੰ ਰੋਡ ਦੇ ਨਾਲ ਜਿਹੜਾ ਡਿਵਾਈਡ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ ਜੋ ਟਰਮੀਨਲ ਦਾ ਕੰਮ ਹੈ ਉਹ ਜੁਲਾਈ ਮਹੀਨੇ ਤੱਕ ਬਣ ਕੇ ਤਿਆਰ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਜੋ ਉਸ 에ਅਰਪੋਰਟ ਦੀਆਂ ਰੋਡ ਹੋਣਗੀਆਂ, ਸੜਕਾਂ ਹੋਣਗੀਆਂ, ਉਹਨਾਂ ਦਾ ਕੰਮ ਹੈ ਜੋ ਸਤੰਬਰ ਮਹੀਨੇ ਤੱਕ ਕੰਪਲੀਟ ਹੋ ਜਾਵੇਗਾ। ਤਾਂ ਇਸ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਸਤੰਬਰ ਮਹੀਨੇ ਤੱਕ ਇਹ 에ਅਰਪੋਰਟ ਬਣ ਕੇ ਲੁਧਿਆਣਾ ਦੇ ਲੋਕਾਂ ਦੇ ਲਈ ਤਿਆਰ ਹੋ ਜਾਵੇਗਾ, ਜਿਸ ਤੋਂ ਬਾਅਦ ਇੱਥੋਂ ਜੋ ਫਲਾਈਟਾਂ ਨੇ ਉਹ ਉਡਾਣ ਭਰਨੀਆਂ ਸ਼ੁਰੂ ਹੋ ਜਾਣਗੀਆਂ, ਕਿਉਂਕਿ ਲੁਧਿਆਣਾ ਇੱਕ ਉਦਯੋਗਪਤੀ ਸ਼ਹਿਰ ਕਹਿ ਸਕਦੇ ਹਾਂ ਅਤੇ ਨਾ ਇੱਥੇ ਪੋਰਟ ਅਤੇ ਨਾ ਇੱਥੇ 에ਅਰਪੋਰਟ ਹੋਣ ਕਰਕੇ ਉਦਯੋਗਪਤੀਆਂ ਨੂੰ ਆਪਣੇ ਸਮਾਨ ਨੂੰ ਐਕਸਪੋਰਟ ਇੰਪੋਰਟ ਕਰਨ ਲਈ ਅਤੇ ਮੀਟਿੰਗਾਂ ਕਰਨ ਦੇ ਲਈ ਬਹੁਤ ਸਾਰੀਆਂ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ। ਪਰ ਇਸ 에ਅਰਪੋਰਟ ਦੇ ਬਣਨ ਦੇ ਨਾਲ ਜਿੱਥੇ ਕਹਿ ਸਕਦੇ ਹਾਂ ਆਮ ਲੋਕਾਂ ਨੂੰ ਫਾਇਦਾ ਹੋਵੇਗਾ, ਤਾਂ ਉੱਥੇ ਸਭ ਤੋਂ ਵੱਧ ਫਾਇਦਾ ਉਦਯੋਗਪਤੀਆਂ ਨੂੰ ਹੋਵੇਗਾ, ਕਿਉਂਕਿ ਲੁਧਿਆਣਾ ਦੇ ਵਿੱਚ 에ਅਰਪੋਰਟ ਬਣਨ ਦੇ ਨਾਲ ਬਹੁਤ ਸਾਰੇ ਉਦਯੋਗ ਹੈ ਉਹ ਲੁਧਿਆਣਾ ਦੇ ਵਿੱਚ ਹੋਣਗੇ ਅਤੇ ਜੋ ਪਹਿਲਾਂ ਤੋਂ ਉਦਯੋਗ ਹੈ ਉਹ ਇਸ ਚੀਜ਼ ਦਾ, ਇਸ ਸੁਵਿਧਾ ਦਾ ਫਾਇਦਾ ਚੱਕ ਸਕਣਗੇ। ਕੈਮਰਾ ਪਰਸਨ ਤਜਿੰਦਰ ਦੇ ਨਾਲ ਕਮਲਦੀਪ, ਜੀ ਮੀਡੀਆ, ਲੁਧਿਆਣਾ।